ਮੁਹੰਮਦ ਅਲੀ ਜਿੰਨਾ ਬੜਾ ਸਿਆਣਾ ਸੀ, ਉਹ ਕਹਿੰਦਾ ਹਿੰਦੂ ਧਰਮ ਸਾਨੂੰ ਕਿਤੇ ਆਪਣੇ ਵਿੱਚ ਜਜ਼ਬ ਨਾ ਕਰ ਲਵੇ। ਖੈਰ ਉਹਨੇ ਦੇਸ਼ ਵੱਖਰਾ ਲੈ ਲਿਆ, ਪਾਕਿਸਤਾਨ ਬਣ ਗਿਆ। ਸਿੱਖਾਂ ਨੂੰ ਵੀ ਆਖਿਆ ਗਿਆ ਭਾਈ ਵਰਲਡ ਵਾਰ ਵਿੱਚ ਬੜੇ ਕਰੜੇ ਹੱਥ ਵਿਖਾਏ ਨੇ ਤੁਸੀਂ ਬ੍ਰਿਟਿਸ਼ ਲੋਕਾਂ ਲਈ, ਆਪਣਾ ਵੱਖਰਾ ਹਿੱਸਾ ਲੈ ਲਵੋ। ਪਰ ਸਿੱਖ ਲੀਡਰਸ਼ਿਪ ਸਾਡੀ ਗਾਂਧੀ ਦੇ ਨਹਿਰੂ ਦੇ ਝਾਂਸੇ ਵਿੱਚ ਆ ਗਈ। ਉਹਨਾਂ ਕੋਲ ਵਾਕਸ਼ਲ ਬੜਾ ਹੈ। ਸਨਾਤਨ ਮਤ ਦੀ ਰੱਖਿਆ ਲਈ ਖਾਲਸਾ ਪੰਥ ਸਾਜਿਆ, ਇਕੱਠੇ ਰਹੀਏ, ਇੱਕ ਮੁੱਠ ਰਹੀਏ। ਅੱਡ ਅੱਡ ਹੋ ਗਏ ਤੇ ਪਾਕਿਸਤਾਨ ਵਾਲੇ ਨਾ ਸਾਨੂੰ ਢਾਹ ਲੈਣ। ਪੰਜਾਬ ਆਜ਼ਾਦ ਤੇ ਕੀ ਹੋਣਾ ਸੀ। 1950 ਵਿੱਚ ਇੱਕ ਸਰਕੂਲਰ ਜਾਰੀ ਹੁੰਦਾ ਹੈ, ਸਿੱਖ ਜਰਾਇਮ ਪੇਸ਼ਾ ਕੌਮ ਨੇ, ਕ੍ਰਿਮੀਨਲ ਮਾਈਂਡਡ ਲੋਕ ਨੇ, ਕ੍ਰਿਮੀਨਲ ਪ੍ਰੋਫੈਸ਼ਨ ਹੈ ਇਹਨਾਂ ਦਾ, ਜ਼ੁਲਮੋ ਸਤਮ ਢਾਉਣ ਵਾਲੇ ਨੇ, ਇਹਨਾਂ ਦਾ ਖਿਆਲ ਰੱਖੋ, ਇਹਨਾਂ ਨੂੰ ਨੱਪ ਕੇ ਰੱਖੋ। ਸੂਬਿਆਂ ਦੀ ਵੰਡ ਹੋਣ ਲੱਗੀ ਬੋਲੀਆਂ ਦੇ ਆਧਾਰ ਤੇ। ਮਰਾਠੀ ਬੋਲਣ ਵਾਲਿਆਂ ਨੂੰ ਇੱਥੇ ਮਹਾਰਾਸ਼ਟਰ ਮਿਲ ਗਿਆ, ਉੜੀਆ ਬੋਲਣ ਵਾਲਿਆਂ ਨੂੰ ਉੜੀਸਾ ਮਿਲ ਗਿਆ, ਤੇ ਜਦੋਂ ਪੰਜਾਬੀ ਬੋਲਣ ਵਾਲਿਆਂ ਪੰਜਾਬ ਮੰਗਿਆ ਨਾ, ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਨਤਮਸਤਕ ਹੋਇਆ, ਉੱਥੇ ਹੀ ਇਸ ਘੱਲੂਘਾਰੇ ਦਰਮਿਆਨ ਖਾਲਸਾ ਫੌਜ ਦੀ ਅਗਵਾਈ ਕਰਨ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਜਥੇ ਸਿੰਘ ਭਾਈ ਅਮਰੀਕ ਸਿੰਘ ਜੀ, ਜਰਨਲ ਸ਼ੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬੇਅੰਤ ਸਿੰਘ ਜਿਨ੍ਹਾਂ ਨੇ ਸ਼ਹਾਦਤ ਦੀ ਅਵਧੀ ਨੂੰ ਮਾਣਿਆ, ਤਿੰਨਾਂ ਨੂੰ ਯਾਦ ਕਰਦਿਆਂ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਵਿਖੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਪ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਉਲੀਕੇ ਗਏ ਹਨ। ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਸ਼ਿਰਕਤ ਕਰ ਰਹੀਆਂ ਨੇ। ਆਓ ਸ਼ਹੀਦਾਂ ਸਤਿਪੁਰਸ਼ਾਂ ਦੇ ਅਗੰਮੀ ਜੀਵਨ ਨੂੰ ਵਿਚਾਰੀਏ, ਜਿਨ੍ਹਾਂ ਦੀਨ ਦੀ ਖਾਤਰ ਆਪਾ ਵਾਰ ਕੇ ਅਮਰਾ ਪਦ ਹਾਸਲ ਕੀਤਾ ਹੈ। ਬਾਣੀ ਦਾ ਫਰਮਾਨ ਹੈ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ। ਧਰਮੀਆਂ ਦੀ ਸਦਾ ਦੁਨੀਆ ਤੇ ਜੈ ਜੈਕਾਰ ਹੁੰਦੀ ਹੈ। ਇੱਕ ਅਨੀਸ ਅੰਸਾਰੀ ਨਾਮ ਦਾ ਸ਼ਾਇਰ ਗਲੂਏ ਚੋਂ ਅਲਫਾਜ਼ ਪ੍ਰਗਟ ਕਰਦਾ ਹੈ, ਕਹਿੰਦਾ ਹਮ शहीदों को कभी मुर्दा नहीं कहते अनीस, रिज़्क़ जन्नत में मिले शान यहाँ में बाकी। शहीद कहता कदे मरदे नहीं, परलोक विच वडियाई खटदे ने और इस जहान दे विच उन्हां दी शान बरकरार रहिंदी है, उन्हां दी जय जयकार रहिंदी है। सूरा सो पहचानिया जो लरा दीन का हेत, पुरजा पुरजा कट मरै कबहू ना छाड़ै खेत। ऐसे सूरबीरां नूं आपां याद कर रहे हाँ। देखो महापुरुषां दे जीवन ते विद्वानां ने साखियां दे सहित बड़ा चानना पाउणा है। इस घल्लूघारे दा पिछोकड़ की है, कारण की बनदा है, मैं उस इतिहास वल नज़रशानी करा। भारत वर्ष ब्रिटिश हुकूमत का गुलाम है। अगर कोई आज़ाद है इंडियन सब कॉन्टीनेंट विच ते वो पंजाब देश है, जिहदा राजा महाराजा रणजीत सिंह है। पंजाब देश आज़ाद मुल्क है। जदों विकीपीडिया तुसी पढ़ते हो, सिख अंपायर वॉज आ स्टेट ओरिजिनेटिंग इन इंडियन सब कॉन्टीनेंट। इंडियन सब कॉन्टीनेंट विच देश पैंदा है, ये होर किसी देश का हिस्सा नहीं सी। खैर इहदियां हद्दां जिहड़ियां ने राजा रणजीत सिंह ने अफगानिस्तान तक, चाइना तक फैला दित्तियां सन। 1799 तो लैके 1849 तक ये राज भाग कायम रहा ते करंसी भी साडी चलदी सी, नानकशाही सिक्के चलते रहे ने।
ਰਾਜ ਐਸਾ ਸੀ ਆਪਾਂ ਜਾਣਦੇ ਹਾਂ, ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਜਿੱਥੇ ਸਾਰੇ ਸੁਖ ਮਾਣਦੇ ਸਨ। ਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 10 ਸਾਲਾਂ ਦੇ ਵਿੱਚ ਗਦਾਰਾਂ ਦੀ ਗੱਦਾਰੀ ਦੇ ਕਾਰਨ ਪੰਜਾਬ ਦੇਸ਼ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣਿਆ। ਭਾਰਤ ਦੇ ਅੰਦਰ ਇਹੀ ਇੱਕ ਰਾਜ ਸੀ ਜਿਹੜਾ ਅਖੀਰ ਵਿੱਚ ਗੁਲਾਮ ਹੋਇਆ ਹੈ। ਔਰ ਇਹਨੂੰ ਅੰਗਰੇਜ਼ੀ ਦੇ ਵਿਦਵਾਨਾਂ ਵੀ ਲਿਖਿਆ ਹੈ, ਕਹਿੰਦੇ ਇਟ ਵਾਸ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਕੌਂਟੀਨੈਂਟ। ਇਹ ਬਾਹੂਬਲ ਸੀ ਰਾਜਾ ਰਣਜੀਤ ਸਿੰਘ ਦਾ ਵੀ ਸਭ ਤੋਂ ਅਖੀਰ ਤੇ ਪੰਜਾਬ ਹੀ ਗੁਲਾਮ ਹੋਇਆ। ਮਾੜੇ ਮੋਟੇ ਤੇ ਪਹਿਲਾਂ ਹੀ ਢਾਹ ਲਏ ਸੀ ਬ੍ਰਿਟਿਸ਼ ਲੋਕਾਂ ਨੇ, ਅਖੀਰ ਵਿੱਚ ਬ੍ਰਿਟਿਸ਼ ਲੋਕਾਂ ਦੇ ਅਧੀਨ ਪੰਜਾਬ ਹੁੰਦਾ ਹੈ, ਨੈਕਸਟ ਬਾਏ ਦਾ ਬ੍ਰਿਟਿਸ਼ ਅੰਪਾਇਰ। ਖੈਰ ਸਮਾਂ ਆਇਆ ਭਾਰਤ ਵਰਸ਼ ਵਿੱਚੋਂ ਇਹਨਾਂ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਹੋਈ। ਸਿੱਖ ਜਗਤ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ। 121 ਲੋਕ ਫਾਂਸੀ ਚੜ੍ਹੇ ਨੇ ਭਾਰਤ ਦੀ ਆਜ਼ਾਦੀ ਲਈ, ਜਿਨ੍ਹਾਂ 'ਚੋਂ 93 ਸਿੱਖ ਨੇ। ਉਮਰ ਕੈਦ 2626 ਜਾਣਿਆਂ ਨੇ ਹੰਢਾਈ ਹੈ, ਜਿਨ੍ਹਾਂ 'ਚੋਂ 2147 ਸਿੱਖ ਨੇ। ਤੇ ਜੇ ਜਲਿਆਂਵਾਲੇ ਬਾਗ ਵਿੱਚ ਖੂਨੀ ਸਾਕਾ ਵਾਪਰਦਾ ਹੈ, 1300 ਸ਼ਹੀਦ ਹੋਏ ਤੇ 799 ਸਿੱਖ ਨੇ। ਆਬਾਦੀ 1.5% ਹੈ, ਕੁਰਬਾਨੀਆਂ 90% ਨੇ। ਸੋ ਸਮਾਂ ਆਇਆ, ਸਰਦਾਰ ਕਪੂਰ ਸਿੰਘ IAS ਆਫਿਸਰ, ਵੱਡੇ ਵਿਦਵਾਨ ਸਨ ਸਿੱਖ ਜਗਤ ਦੇ, ਉਹ ਕਹਿੰਦੇ ਜਦੋਂ ਭਾਰਤ ਨੂੰ ਅੰਗਰੇਜ਼ ਛੱਡਣ ਲੱਗੇ ਨੇ ਨਾ, ਕਮਿਊਨਲ ਅਵਾਰਡ ਦੇ ਵਿੱਚ 3 ਪ੍ਰਜਾਤੀਆਂ ਨੂੰ ਪ੍ਰਭੂ ਸੱਤਾ ਦੇ ਹੱਕਦਾਰ ਸਮਝਿਆ ਗਿਆ, ਪੋਲੀਟੀਕਲ ਪਾਵਰ ਦੇ, ਹਿੰਦੂ, ਮੁਸਲਮਾਨ ਤੇ ਸਿੱਖ। ਵਿਉਂ ਤੇ ਘੜੀ ਗਈ ਵੀ 3 ਹਿੱਸੇ ਦੇਸ਼ ਦੇ ਕੀਤੇ ਜਾਣ। ਮੁਹੰਮਦ ਅਲੀ ਜਿੰਨਾ ਬੜਾ ਸਿਆਣਾ ਸੀ, ਉਹ ਕਹਿੰਦਾ ਹਿੰਦੂ ਧਰਮ ਸਾਨੂੰ ਕਿਤੇ ਆਪਣੇ ਵਿੱਚ ਜਜ਼ਬ ਨਾ ਕਰ ਲਵੇ। ਉਹਨੇ ਇੱਕ ਬੋਲ ਕਿਹਾ ਸੀ ਅੰਗਰੇਜ਼ੀ ਵਿੱਚ, ਕਹਿੰਦਾ ਲੈਟ ਦਾ ਬ੍ਰਿਟਿਸ਼ ਬਿਫੋਰ ਦੇ ਕੁਇਟ, ਕਹਿੰਦਾ ਗੋਰੇ ਦੇਸ਼ ਛੱਡਣ ਤੋਂ ਪਹਿਲਾਂ ਮੇਕ ਐਨ ਅਵਾਰਡ ਗਿਵਿੰਗ ਦਾ ਮੁਸਲਿਮਸ ਦੇਅਰ ਓਨ ਬਿਟ ਆਫ ਕੰਟਰੀ, ਸਾਨੂੰ ਇੱਕ ਸਾਡਾ ਦੇਸ਼ ਦੇ ਦਿਓ, ਚਾਹੇ ਉਹ ਛੋਟਾ ਹੀ ਹੋਵੇ, ਚਾਹੇ ਰੋਜ਼ੀ ਰੋਟੀ ਵੀ ਸਾਨੂੰ 8 ਪੈਰੀ ਨਾ ਜੁੜੇ, ਪਰ ਆਪਣਾ ਆਲਣਾ ਹੀ ਹੁੰਦਾ ਹੈ। ਕਿਸੇ ਦੇ ਆਲਣੇ ਵਿੱਚ ਦਿਨ ਕੱਟਣੇ ਬੜੇ ਔਖੇ ਹੁੰਦੇ ਨੇ। ਇਹ ਪੰਛੀਆਂ ਨੂੰ ਸਮਝਿਆ ਤਾਂ ਹੀ ਆਪਣਾ ਆਲਣਾ ਬਣਾਉਂਦੇ ਨੇ। ਖੈਰ ਉਹਨੇ ਦੇਸ਼ ਵੱਖਰਾ ਲੈ ਲਿਆ, ਪਾਕਿਸਤਾਨ ਬਣ ਗਿਆ। ਸਿੱਖਾਂ ਨੂੰ ਵੀ ਆਖਿਆ ਗਿਆ ਭਾਈ ਵਰਲਡ ਵਾਰ ਵਿੱਚ ਬੜੇ ਕਰੜੇ ਹੱਥ ਵਿਖਾਏ ਨੇ ਤੁਸੀਂ ਬ੍ਰਿਟਿਸ਼ ਲੋਕਾਂ ਲਈ, ਆਪਣਾ ਵੱਖਰਾ ਹਿੱਸਾ ਲੈ ਲਵੋ। ਗੂਗਲ ਤੇ ਸਾਰਾ ਕੁਝ ਪਿਆ ਹੈ, ਸਿੱਖਾਂ ਦੀ ਜਿੰਨੀ ਵਡਿਆਈ ਹੈ ਵਰਲਡ ਵਾਰ ਦੇ ਦਰਮਿਆਨ। ਪਰ ਸਿੱਖ ਲੀਡਰਸ਼ਿਪ ਸਾਡੀ ਗਾਂਧੀ ਦੇ, ਨਹਿਰੂ ਦੇ ਝਾਂਸੇ ਵਿੱਚ ਆ ਗਈ, ਕਿਉਂ ਉਹਨਾਂ ਕੋਲ ਵਾਕਸ਼ਲ ਬੜਾ ਹੈ, ਸ਼ਬਦ ਜਾਲ ਬੜਾ ਹੈ। ਸਨਾਤਨ ਮਤੀਆਂ ਕੋਲ ਦਲੀਲਾਂ ਬੜੀਆਂ ਤਕੜੀਆਂ ਦਿੰਦੇ ਨੇ। ਸਿੱਖ ਤੇ ਹਿੰਦੂ ਦਾ 9 ਮਾਸ ਦਾ ਰਿਸ਼ਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨਾਤਨ ਮਤ ਦੀ ਰੱਖਿਆ ਲਈ ਖਾਲਸਾ ਪੰਥ ਸਾਜਿਆ, ਇਕੱਠੇ ਰਹੀਏ, ਇੱਕ ਮੁੱਠ ਰਹੀਏ। ਅੱਡ ਅੱਡ ਹੋ ਗਏ ਤੇ ਪਾਕਿਸਤਾਨ ਵਾਲੇ ਨਾ ਸਾਨੂੰ ਢਾਹ ਲੈਣ। ਦਲੀਲਾਂ ਦੇ ਝਾਂਸੇ ਵਿੱਚ ਆ ਕੇ ਹਿੰਦੂਆਂ ਦੇ ਨਾਲ ਰਹਿਣਾ ਕਬੂਲ ਕਰ ਲਿਆ। 1947 ਵਿੱਚ ਦੇਸ਼ ਆਜ਼ਾਦ ਹੋਇਆ ਔਰ ਇਸ ਆਜ਼ਾਦੀ ਤੋਂ ਪਹਿਲਾਂ ਹੀ ਨਹਿਰੂ ਨੇ, ਗਾਂਧੀ ਨੇ ਵਾਅਦਾ ਕੀਤਾ ਸੀ ਵੀ ਪੰਜਾਬ ਦੇਸ਼ ਤੁਹਾਨੂੰ ਆਜ਼ਾਦ ਕਿੱਤੇ ਵਜੋਂ ਮਿਲੇਗਾ, ਰਿਲੀਜੀਅਸ ਪ੍ਰੈਕਟਿਸ ਆਪਣੀ ਕਰ ਸਕੋਗੇ, ਜਿਸ ਤਰ੍ਹਾਂ ਰਹਿਣਾ ਹੈ ਰਹਿ ਸਕੋਗੇ। ਖੈਰ ਆਜ਼ਾਦੀ ਤੋਂ ਬਾਅਦ ਦੇਸ਼ ਪੰਜਾਬ ਆਜ਼ਾਦ ਤੇ ਕੀ ਹੋਣਾ ਸੀ। 1950 ਵਿੱਚ ਇੱਕ ਸਰਕੂਲਰ ਜਾਰੀ ਹੁੰਦਾ ਹੈ, ਸਿੱਖ ਜ਼ਰਾਇਮ ਪੇਸ਼ਾ ਕੌਮ ਨੇ, ਕ੍ਰਿਮੀਨਲ ਮਾਈਂਡਡ ਲੋਕ ਨੇ, ਕ੍ਰਿਮੀਨਲ ਪ੍ਰੋਫੈਸ਼ਨ ਹੈ ਇਹਨਾਂ ਦਾ, ਜ਼ੁਲਮੋ ਸਤਮ ਢਾਉਣ ਵਾਲੇ ਨੇ, ਇਹਨਾਂ ਦਾ ਖਿਆਲ ਰੱਖੋ, ਇਹਨਾਂ ਨੂੰ ਨੱਪ ਕੇ ਰੱਖੋ। ਖੈਰ ਐਸੇ ਵਿਸ਼ਵਾਸ ਘਾਤ ਤੋਂ ਬਾਅਦ ਸਿੱਖਾਂ ਦੇ ਹੱਥ ਪੱਲੇ ਕੁਝ ਨਾ ਰਿਹਾ। ਸੂਬਿਆਂ ਦੀ ਵੰਡ ਹੋਣ ਲੱਗੀ ਬੋਲੀਆਂ ਦੇ ਆਧਾਰ ਤੇ। ਮਰਾਠੀ ਬੋਲਣ ਵਾਲਿਆਂ ਨੂੰ ਇੱਥੇ ਮਹਾਰਾਸ਼ਟਰ ਮਿਲ ਗਿਆ, ਉੜੀਆ ਬੋਲਣ ਵਾਲਿਆਂ ਨੂੰ ਉੜੀਸਾ ਮਿਲ ਗਿਆ। ਤੇ ਜਦੋਂ ਪੰਜਾਬੀ ਬੋਲਣ ਵਾਲਿਆਂ ਪੰਜਾਬ ਮੰਗਿਆ ਨਾ, ਜਿਹੜਾ ਥਿੰਕ ਟੈਂਕ ਸੀ ਨਾ, ਵਿਚਾਰਵਾਨ ਬੁੱਧੀਜੀਵੀ ਸਨਾਤਨ ਮਤ ਦੇ ਲੋਕ, ਉਹਨਾਂ ਦੇ ਅੰਦਰ ਜ਼ਿਹਨ ਵਿੱਚ ਇਹ ਗੱਲ ਬੈਠੀ ਸੀ ਵੀ ਜੇ ਸਿੱਖ ਸਾਰੇ ਇਕੱਠੇ ਹੋ ਗਏ ਨਾ, ਖਾਲਸਾ ਰਾਜ ਕਾਇਮ ਹੋਵੇਗਾ। ਤੇ ਜੇ ਖਾਲਸਾ ਰਾਜ ਕਾਇਮ ਹੋਇਆ ਤੇ ਇਹ ਮਹਾਂ ਪੰਜਾਬ ਬਣੇਗਾ, ਇਰਦ ਗਿਰਦ ਵਸਦੇ ਦੇਸ਼ ਇਹਨਾਂ ਦੇ ਅਧੀਨ ਹੋ ਜਾਣਗੇ। ਇਹ ਉਹ ਲੋਕ ਨੇ ਜਿਨ੍ਹਾਂ ਨੇ
1000 ਵਰੇ ਤੋਂ ਚੱਲ ਰਿਹਾ ਭਾਰਤ ਵਰਸ਼ ਦੇ ਉੱਤੇ ਹਮਲਾ ਵਿਦੇਸ਼ੀਆਂ ਵੱਲੋਂ, ਅਬਦਾਲੀਆਂ ਵੱਲੋਂ ਰੋਕਿਆ ਸੀ, ਨੱਥ ਪਾਈ ਸੀ ਉਹਨਾਂ ਨੂੰ, ਔਰ ਇੱਕ ਵੱਡਾ ਰਾਜ ਅਫਗਾਨਿਸਤਾਨ ਤਾਈਂ, ਚੀਨ ਤਾਈਂ ਸਥਾਪਿਤ ਕੀਤਾ ਸੀ। ਜੇ ਸੰਯੁਕਤ ਹਿੰਦੁਸਤਾਨ ਦੇ ਵਿੱਚ ਇਹਨਾਂ ਨੂੰ ਵੰਡ ਕੇ ਰੱਖਿਆ ਜਾਵੇ, ਰਾਜਸੀ ਸੱਤਾ ਸਿਰਾਂ ਦੇ ਆਧਾਰ ਤੇ ਹੁੰਦੀ ਹੈ, ਵੋਟਾਂ ਦੇ ਆਧਾਰ ਤੇ ਹੁੰਦੀ ਹੈ ਡੈਮੋਕ੍ਰੇਸੀ ਵਿੱਚ, ਇਹ ਇਕੱਠੇ ਹੀ ਨਾ ਹੋ ਸਕਣਗੇ, ਇਹਨਾਂ ਦਾ ਰਾਜ ਨਹੀਂ ਆਵੇਗਾ। ਰਾਜ ਨਾ ਰਿਹਾ ਤੇ ਇੱਕ ਦਿਨ ਹਿੰਦੂ ਇਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨਗੇ। ਸੋ ਵੱਖਰਾ ਪੰਜਾਬ ਸੂਬਾ ਸਾਨੂੰ ਨਾ ਦੇਣਾ ਮੰਨੇ। ਖੈਰ ਮੋਰਚੇ ਲਾਏ ਗਏ ਸਿੱਖਾਂ ਵੱਲੋਂ, ਇੱਕ ਸੂਬਾ ਤੇ ਮਿਲਿਆ ਲੰਗੜਾ, ਪੰਜਾਬੀ ਬੋਲਦੇ ਇਲਾਕੇ ਰਾਜਸਥਾਨ ਨੂੰ, ਹਿਮਾਚਲ ਨੂੰ ਦੇ ਦਿੱਤੇ ਗਏ, ਹਰਿਆਣੇ ਨੂੰ ਦੇ ਦਿੱਤੇ ਗਏ, ਚੰਡੀਗੜ੍ਹ ਨਾ ਮਿਲਿਆ, ਪਾਣੀ ਪੰਜਾਬ ਦਾ ਲੁੱਟ ਲਿਆ ਗਿਆ। ਇੱਕ ਰਿਪੇਰੀਅਨ ਲਾਅ ਹੈ। ਰਿਪੇਰੀਅਨ ਲਾਅ ਦਾ ਮਤਲਬ ਹੈ ਦੁਨੀਆ ਵਿੱਚ ਜਿੰਨੀ ਵੀ ਵੰਡ ਹੈ ਪਾਣੀ ਦੀ ਉਸ ਆਧਾਰ ਤੇ ਹੁੰਦੀ ਹੈ, ਜਿੱਥੋਂ ਨਦੀ ਪ੍ਰਗਟ ਹੋਵੇ ਜਾਂ ਜਿਸ ਇਲਾਕੇ ਵਿੱਚੋਂ ਗੁਜ਼ਰੇ, ਪਹਿਲ ਪਾਣੀ ਤੇ ਉਸ ਦੀ ਹੁੰਦੀ ਹੈ, ਉਸ ਸੂਬੇ ਦੀ। ਵਾਧੂ ਪਾਣੀ ਫਿਰ ਵੇਚ ਦਿੱਤਾ ਜਾਂਦਾ ਹੈ ਮੁੱਲ। ਸਾਡੇ ਪਾਣੀ ਖੋਹ ਲਏ ਗਏ, ਰਾਜਸਥਾਨ ਹਰਿਆਣੇ ਨੂੰ ਦੇ ਦਿੱਤੇ ਗਏ। ਮੈਂ ਸੋਚਦਾ ਵੀ ਜੇ ਪਾਣੀ ਦਾ ਸਾਨੂੰ ਮੁੱਲ ਮਿਲ ਜਾਂਦਾ ਨਾ, ਤੇ ਸਾਡੇ ਬੱਚਿਆਂ ਨੂੰ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਨੌਕਰੀ ਕਰਨ ਦੀ ਲੋੜ ਨਾ ਰਹਿੰਦੀ, ਕਿਉਂਕਿ ਇਹ ਪੰਜਾਬ ਸੋਨੇ ਦੀ ਚਿੜੀ ਆਉਣਾ ਸੀ। ਖੈਰ ਪੰਜਾਬ ਦਾ ਸਭ ਕੁਝ ਖੋਹ ਲਿਆ। ਹੁਣ ਅਨੰਦਪੁਰ ਸਾਹਿਬ ਦੇ ਮਤੇ ਦੀ ਬਾਤ ਚੱਲੀ ਹੈ, ਜਿਹਦਾ ਰਾਖਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਮਹਾਂਪੁਰਸ਼ ਹੋਇਆ ਹੈ। ਪੰਜਾਬ ਨਾਲ ਹੋਈਆਂ ਵਧੀਕੀਆਂ ਦੇ ਕਾਰਨ ਅਨੰਦਪੁਰ ਸਾਹਿਬ ਦਾ ਮਤਾ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੋਂਦ ਵਿੱਚ ਆਇਆ, ਜਿਹੜਾ ਤਕਰੀਬਨ ਹੀ IAS ਸਰਦਾਰ ਕਪੂਰ ਸਿੰਘ ਹੁਣਾਂ ਨੇ ਸਿਰਜਿਆ ਸੀ, ਪ੍ਰੋਫੈਸਰ ਆਫ ਸਿੱਖਿਜ਼ਮ ਨੇ, ਅਕਾਲੀ ਦਲ ਦੀ ਸਹਾਇਤਾ ਦੇ ਨਾਲ। ਇਹ ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੈ, ਇਹਦੇ ਬਾਰੇ ਜਾਣਨਾ ਕਰਿਓ ਮਾੜਾ ਜਿਹਾ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਬੋਥ ਰਿਲੀਜੀਅਸ ਐਂਡ ਪੋਲੀਟੀਕਲ ਇਸ਼ੂਜ਼ ਆਰ ਦੇਅਰ। ਧਾਰਮਿਕ ਤੇ ਰਾਜਸੀ ਸਾਡੀਆਂ ਜੋ ਲੋੜਾਂ ਨੇ ਉਹਦੇ ਵਿੱਚ ਦਰਜ ਨੇ। ਮੈਂ ਮੋਟੀ ਜੀ ਗੱਲ ਕਵਾਂ, ਸਿੱਖ ਧਰਮ ਹਿੰਦੂ ਧਰਮ ਨਾਲੋਂ ਵੱਖ ਰੈਕੋਗਨਾਈਜ਼ ਕੀਤਾ ਜਾਵੇ, ਇਹ ਮਤੇ ਵਿੱਚ ਲਿਖਿਆ ਸੀ। ਪੰਜਾਬ ਨੂੰ ਚੰਡੀਗੜ੍ਹ ਦਿੱਤਾ ਜਾਵੇ, ਇਹ ਮਤੇ ਵਿੱਚ ਲਿਖਿਆ ਸੀ। ਇਰਦ ਗਿਰਦ ਜਿੰਨੇ ਵੀ ਸਟੇਟਸ ਨੇ ਪੰਜਾਬ ਦੇ ਨਾਲ ਲੱਗਦੇ, ਉੱਥੇ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਨੂੰ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ, ਸੈਕੰਡ ਲੈਂਗੁਏਜ ਵਜੋਂ ਦਰਜ ਕੀਤਾ ਜਾਵੇ। ਡਿਮਾਂਡ ਰੱਖੀ ਗਈ ਜਿਹੜੇ ਰਾਜ ਨੇ, ਸਟੇਟਸ ਨੇ, ਉਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਫਸਲਾਂ ਦੇ ਮੁੱਲ ਪੰਜਾਬ ਆਪ ਤੈਅ ਕਰੇਗਾ। ਖੈਰ ਜਿੰਨੀਆਂ ਵੀ ਫੈਕਟਰੀਆਂ ਨੇ, ਜੋ ਵੀ ਦੁਕਾਨਦਾਰ ਨੇ, ਟੈਕਸ ਵਿੱਚ ਰਾਇਤ ਦਿੱਤੀ ਜਾਵੇ, ਜੋ ਕਿ ਜ਼ਿਆਦਾਤਰ ਹਿੰਦੂ ਸਨ। ਪਰ ਪ੍ਰਚਾਰਿਆ ਕੀ ਗਿਆ ਮੈਨੂੰ ਦੱਸੋ ਵੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਦੇਸ਼ ਦੇ ਹਿੱਤ ਦੇ ਖਿਲਾਫ ਕੋਈ ਐਸਾ ਪੁਆਇੰਟ ਹੋਵੇ, ਕੋਈ ਐਸੀ ਬਾਤ ਹੋਵੇ ਵੀ ਇਹ ਦੇਸ਼ ਵਿਰੋਧੀ ਮਤਾ ਹੈ, ਤੇ ਆਪਾਂ ਇਹਦੇ ਬਾਬਤ ਬਾਤ ਨਾ ਪਾਈਏ। ਪਰ ਭਾਰਤ ਵਰਸ਼ ਦੇ ਮੀਡੀਏ ਨੇ, ਫਿਰਕੂ ਅਖਬਾਰਾਂ ਨੇ ਇਸ ਮਤੇ ਨੂੰ ਇਉਂ ਪ੍ਰਚਾਰਨਾ ਸ਼ੁਰੂ ਕੀਤਾ। ਐਸੀ ਪ੍ਰੈਜ਼ੈਂਟੇਸ਼ਨ ਕੀਤੀ ਵੀ ਇਹ ਭਾਰਤ ਦੀ ਅਖੰਡਤਾ ਲਈ ਖਤਰਾ ਹੈ, ਇਹ ਅੱਤਵਾਦ, ਵੱਖਵਾਦ ਦੀ ਬਾਤ ਪਾਉਂਦਾ ਹੈ ਤੇ ਹਿੰਦੂਆਂ ਨੂੰ ਖਤਮ ਕਰਨ ਦਾ ਜ਼ਰੀਆ ਹੈ ਜੇ ਲਾਗੂ ਹੋ ਗਿਆ। ਤੇ ਹੁਣ 100 ਵਾਰ ਝੂਠ ਮਾਰੋ ਤੇ ਉਹ ਸੱਚ ਜਾਪਦਾ ਹੈ। ਮੀਡੀਏ ਨੇ ਜੋ ਪ੍ਰਚਾਰਿਆ ਲੋਕਾਂ ਨੇ ਮੰਨ ਲਿਆ। ਅਸੀਂ ਕਿਸੇ ਧਰਮ ਦੇ ਵੈਰੀ ਨਹੀਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ। ਸਿੱਖੀ ਦਾ ਸਿਧਾਂਤ ਹੈ, ਤੈਨੂੰ ਰਾਮ ਚੰਗਾ ਲੱਗਦਾ ਤੇ ਰਾਮ ਰਾਮ ਕਰ, ਖੁਦਾ ਭਾਉਂਦਾ ਤੇ ਖੁਦਾ ਖੁਦਾ ਕਰ। ਸਾਡਾ ਕੋਈ ਇਹਦੇ ਨਾਲ ਮਤਲਬ ਨਹੀਂ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਨ। ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਅਸੀਂ ਕੇਵਲ ਅਕਾਲ ਪੁਰਖ ਦੇ ਪੁਜਾਰੀ ਹਾਂ। ਖੈਰ ਪ੍ਰਚਾਰਿਆ ਇਉਂ ਗਿਆ ਵੀ ਅਨੰਦਪੁਰ ਦਾ ਮਤਾ ਦੇਸ਼ ਲਈ ਘਾਤਕ ਹੈ। ਉਧਰ ਇੰਡੀਅਨ ਗਵਰਨਮੈਂਟ ਤਾਂ ਚਾਹੁੰਦੀ ਸੀ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕਣਾ, ਪੰਜਾਬੀਆਂ ਨੂੰ ਵੇਖਣਾ ਨਹੀਂ ਸੀ ਚਾਹੁੰਦੇ। ਸੋ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇਣਾ ਹੈ। ਅਕਾਲੀ ਲੀਡਰਸ ਵੱਲੋਂ ਅਕਾਲ ਤਖਤ ਸਾਹਿਬ ਅਰਦਾਸ ਕੀਤੀ ਗਈ। ਧਰਮ ਨਾਲ, ਕੌਮ ਦੇ ਨਾਲ ਧੱਕਾ ਹੋ ਰਿਹਾ ਹੈ, ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ। ਜਿੰਨਾ ਚਿਰ ਇਸ ਵਿਚਲੀਆਂ ਮੰਗਾਂ ਨੂੰ ਅਸੀਂ ਮਨਾ ਨਹੀਂ ਲੈਂਦੇ, ਸੰਘਰਸ਼ ਜਾਰੀ ਰਹੇਗਾ। ਪੀਸਫੁਲ ਪ੍ਰੋਟੈਸਟ ਸ਼ੁਰੂ ਹੋ ਗਏ, ਉੱਥੇ ਪੋਲੀਟੀਕਲ ਡੈਮੋਨਸਟ੍ਰੇਸ਼ਨਸ ਸ਼ੁਰੂ ਹੋ ਗਈਆਂ, ਰੈਲੀਆਂ ਸ਼ੁਰੂ ਹੋਈਆਂ, ਰਾਜਨੀਤਿਕ ਪ੍ਰਦਰਸ਼ਨ ਸ਼ੁਰੂ ਹੋਏ, ਗ੍ਰਿਫਤਾਰੀਆਂ ਸ਼ੁਰੂ ਹੋਈਆਂ। ਇੰਦਰਾ ਤੇ ਦਬਾਅ ਬਣਿਆ, ਪਰ ਉਲਟਾ
ਇੰਦਰਾ ਨੇ ਜਦੋਂ ਦਬਾਅ ਬਣਾਇਆ ਤੇ ਕੁਝ ਸਾਡੇ ਜਿਹੜੇ ਲੀਡਰ ਸਨ ਉਹ ਆਨੰਦਪੁਰ ਮਤੇ ਵਿਚਲੀਆਂ ਕੁਝ ਮੰਗਾਂ ਤੋਂ ਪਛਾਂ ਹਟ ਗਏ, ਪਰ ਸੰਤ ਭਿੰਡਰਾਂ ਵਾਲੇ ਅਡਿੱਗ ਅਡੋਲ ਰਹੇ। ਜੋ ਬਚਨ ਅਕਾਲ ਤਖਤ ਸਾਹਿਬ ਦੇ ਸਨਮੁਖ ਤੁਸੀਂ ਕੀਤਾ ਹੈ ਉਸ ਨੂੰ ਪੂਰਾ ਕਰੋ। ਮੈਂ ਉਹਨਾਂ ਬਚਨਾਂ ਤੇ ਪੂਰਾ ਹਾਂ। ਹਜੇ ਕਿ ਸੰਤ ਉੱਥੇ ਹਾਜ਼ਰ ਨਹੀਂ ਸਨ ਅਕਾਲ ਤਖਤ ਸਾਹਿਬ ਦੇ ਸਨਮੁਖ। ਉਹ ਹੈ ਮਰਦ ਸੀ, ਉਹ ਜ਼ੁਬਾਨ ਤੋਂ ਭੱਜਣ ਵਾਲਾ ਨਹੀਂ ਸੀ। ਐਸੇ ਮਰਦਾਂ ਦੇ ਗਲੂਏ ਵਿੱਚ ਜਿਹੜੇ ਬੋਲ ਹੁੰਦੇ ਨੇ ਉਹੀ ਢਿੱਡ ਵਿੱਚ ਹੁੰਦੇ ਨੇ। ਢਿੱਡ ਵਿੱਚ ਕੁਝ ਹੋਰ ਤੇ ਗਲੂਏ 'ਚ ਬੋਲ ਹੋਰ। ਇਹ ਮਰਦ ਨਹੀਂ ਹੁੰਦੇ। ਕਲਗੀਧਰ ਜ਼ਫਰਨਾਮੇ ਰਾਹੀਂ ਕਹਿੰਦੇ ਨੇ, ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦੇ ਗਰ ਦਰਦ ਹਾਨੇ ਦੇ ਗਰ। ਉਹ ਮਰਦ ਨਹੀਂ ਹੁੰਦਾ। ਢਿੱਡ ਵਿੱਚ ਬਾਤਾਂ ਹੋਰ, ਜ਼ੁਬਾਨ ਤੇ ਬਾਤਾਂ ਹੋਰ ਹੋਣ। ਬਾਬਾ ਗੱਲ ਕਾਹਦੀ ਹੈ? ਭਾਰਤ ਵਰਸ਼ ਦੀ ਹਕੂਮਤ ਅੱਗੇ ਅੜ ਗਿਆ। ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਚਲੀ। ਇਹ ਬਚਨ ਦਾ ਬਲੀ ਮਹਾਂਪੁਰਸ਼ ਸੀ। ਖੈਰ ਹਾਲਾਤ ਐਸੇ ਬਣਦੇ ਗਏ। ਸੰਤਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਸੀ, ਪੰਜਾਬ ਦੀਆਂ ਹੱਕੀ ਮੰਗਾਂ, ਰਾਜਸੀ ਮੰਗਾਂ ਜੋ ਸਨ, ਧਾਰਮਿਕ ਮੰਗਾਂ ਜੋ ਸਨ, ਉਹ ਪ੍ਰਚਾਰ ਇਹਨਾਂ ਪ੍ਰਫੁੱਲਤ ਹੋਣ ਲੱਗ ਪਿਆ। ਲੋਕਪ੍ਰਿਯਤਾ ਇੰਨੀ ਸੰਤਾਂ ਦੀ ਵੱਧ ਗਈ। ਮੰਜੀ ਸਾਹਿਬ ਕੀ, ਹੋਰ ਸਮਾਗਮਾਂ ਤੇ ਕੀ, ਲੱਖਾਂ ਦੇ ਇਕੱਠ ਹੋਣ ਲੱਗੇ। ਸੰਤਾਂ ਦੀ ਬੁਲੰਦ ਆਵਾਜ਼ ਹਿਊਮਨ ਰਾਈਟਸ ਤੱਕ, UN ਤੱਕ ਪਹੁੰਚੀ ਹੈ। ਇੰਦਰਾ ਗਾਂਧੀ ਘਾਬਰੀ ਹੈ ਇਸ ਪ੍ਰਚਾਰ ਤੋਂ, ਔਰ UNO ਨੂੰ, ਹਿਊਮਨ ਰਾਈਟਸ ਨੂੰ ਛਿੱਕੇ ਟੰਗ ਕੇ ਇੰਦਰਾ ਗਾਂਧੀ ਨੇ ਬਦਖੋਈ ਆਪਣੀ ਕਰਵਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਸਾ ਪ੍ਰਚਾਰਨਾ ਸ਼ੁਰੂ ਕੀਤਾ ਸੀ ਇਹ ਅੱਤਵਾਦੀ ਲੋਕ ਨੇ। ਔਰ ਇਹਦੇ ਨਾਲ ਉਹਦੀ ਬਦਖੋਈ ਵਧੀ ਵੀ, ਕਿਉਂਕਿ ਉਹਦੀ ਕਰਤੂਤ ਐਸੀ ਸੀ, ਉਹਦੀ ਕਰਨੀ ਐਸੀ ਸੀ। ਦੁਨੀਆ ਦੇ ਵਿੱਚ ਵੱਖਵਾਦੀ ਅੱਤਵਾਦੀ ਕਹਿ ਕੇ ਸੰਤਾਂ ਨੂੰ, ਸਿੱਖਾਂ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਹੁਣ ਸੰਤਾਂ ਨੂੰ ਡਿਫੇਮ ਕਰਨਾ ਚਾਹੁੰਦੀ ਹੈ, ਨੈਸ਼ਨਲ ਮੀਡੀਆ ਦੇ ਵਿੱਚ ਅੱਤਵਾਦੀ ਡਿਕਲੇਅਰ ਕਰਨਾ ਚਾਹੁੰਦੀ ਹੈ। ਖੈਰ ਇੱਦਾਂ ਹੀ ਹੋਇਆ। ਜਦੋਂ ਪ੍ਰਚਾਰ ਵਧਿਆ ਨੈਸ਼ਨਲ ਮੀਡੀਏ ਦਾ, ਲੋਕਾਂ ਨੇ ਸੰਤਾਂ ਨੂੰ ਅੱਤਵਾਦੀ ਸਮਝਿਆ। ਪਰ ਕਦੇ ਸੋਚਿਓ ਵੀ ਜੇ ਉਹ ਅੱਤਵਾਦੀ ਹੁੰਦੇ ਤੇ ਹਰਮੰਦਰ ਸਾਹਿਬ ਕੰਪਲੈਕਸ ਜਦੋਂ ਬੈਠੇ ਸਨ ਉੱਥੇ ਯਾਤਰੂ ਆਉਣੋਂ ਹਟ ਜਾਂਦੇ। ਅੱਜ ਵੀ ਪੁਰਾਤਨ ਤਸਵੀਰਾਂ ਮਿਲਦੀਆਂ ਨੇ, ਚਾਹੇ ਉਹ ਹਿੰਦੂ ਨੇ, ਈਸਾਈ ਨੇ, ਸਿੱਖ ਨੇ, ਮੁਸਲਮਾਨ ਨੇ, ਚਾਹੇ ਬੀਬੀਆਂ ਨੇ, ਮਰਦ ਨੇ, ਬੱਚੇ ਨੇ, ਉੱਥੇ ਸਜਦਾ ਕਰਦੇ ਮਿਲਦੇ ਨੇ, ਸੰਤਾਂ ਪਾਸ ਬੈਠੇ ਮਿਲਦੇ ਨੇ। ਖੈਰ ਮਹਾਂਪੁਰਸ਼ਾਂ ਕੋਲ ਬੜੇ ਬੜੇ ਬੁੱਧੀਜੀਵੀ, ਬੜੇ ਬੜੇ ਪੱਤਰਕਾਰ, ਬੜੇ ਬੜੇ ਦੇਸ਼ਾਂ ਦੇ ਲੀਡਰ ਆਉਂਦੇ ਸਨ। ਅੱਤਵਾਦੀਆਂ ਦੇ ਕੋਲ ਇਸ ਤਰ੍ਹਾਂ ਪੱਤਰਕਾਰ ਤੇ ਲੀਡਰ ਨਹੀਂ ਜਾਇਆ ਕਰਦੇ। ਅੱਤਵਾਦੀਆਂ ਦਾ ਖੌਫ ਹੁੰਦਾ ਹੈ। ਇੱਕੋ ਇਹਦਾ ਕਾਰਨ ਹੈ ਰਾਜ ਤਖਤ ਦੀ ਲਾਲਸਾ। ਰਾਜਾ ਕਦੇ ਤਖਤ ਭੋਗ ਕੇ ਰੱਜਦਾ ਨਹੀਂ ਹੈ। ਇੰਦਰਾ ਗਾਂਧੀ ਨੂੰ ਇਹ ਸੀ ਵੀ ਜਿੰਨਾ ਚਿਰ ਦੁਨੀਆ ਤੇ ਰਵਾਂ, ਰਾਜ ਭਾਗ ਮਾਣਦੀ ਰਵਾਂ। ਗੁਰੂ ਗ੍ਰੰਥ ਸਾਹਿਬ ਦਾ ਪਾਕ ਬੋਲ ਹੈ, ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁੱਖ। ਸਾਗਰਾਂ ਨੂੰ ਪਾਣੀ ਨਾਲ ਰੱਜ ਨਹੀਂ ਆਉਂਦਾ ਤੇ ਰਾਜਿਆਂ ਨੂੰ ਰਾਜ ਗੱਦੀ ਭੋਗ ਕੇ ਰੱਜ ਨਹੀਂ ਆਉਂਦਾ। ਏਜੰਸੀਜ਼ ਰਾਹੀਂ, ਬੜੇ ਬੜੇ ਥਿੰਕ ਟੈਂਕ ਜੋ ਇੰਦਰਾ ਦੇ ਬੁੱਧੀਜੀਵੀ ਸਨ, ਮੀਡੀਏ ਰਾਹੀਂ ਮਹਾਂਪੁਰਸ਼ਾਂ ਨੂੰ ਅੱਤਵਾਦੀ ਡਿਕਲੇਅਰ ਕੀਤਾ ਗਿਆ, ਵੱਖਵਾਦੀ ਡਿਕਲੇਅਰ ਕੀਤਾ ਗਿਆ, ਅਖੰਡਤਾ ਲਈ ਖਤਰਾ ਡਿਕਲੇਅਰ ਕੀਤਾ ਗਿਆ। ਇਹਨਾਂ ਨੂੰ ਵਾਸ਼ ਆਊਟ ਕਰਨਾ ਹੈ। ਦਰਬਾਰ ਸਾਹਿਬ ਕੰਪਲੈਕਸ ਚੋਂ, ਸਿੱਖਾਂ ਦੇ ਆਪਣੇ ਹਰਮੰਦਰ ਸਾਹਿਬ ਚੋਂ ਸਿੱਖਾਂ ਨੂੰ ਕੱਢਣਾ ਹੈ। ਇਹ ਅੱਤਵਾਦੀ ਨੇ। ਇਹ ਭਾਰਤ ਵਰਸ਼ ਦੇ ਲੋਕਾਂ ਦੇ ਜ਼ਿਹਨ ਵਿੱਚ ਬਿਠਾ ਦਿੱਤਾ ਗਿਆ। ਹੁਣ ਕਰੇਗਾ ਜੋ ਵੀ, ਉਹਦੇ ਨਾਲ ਭਾਰਤ ਵਰਸ਼ ਦੇ ਲੋਕਾਂ ਦੀ ਹਮਦਰਦੀ ਜੁੜੇਗੀ। ਜਦੋਂ ਸਨਾਤਨ ਮਤ ਨੂੰ, ਹਿੰਦੂ ਵੀਰਾਂ ਨੂੰ ਦਰਸਾ ਦਿੱਤਾ ਸੰਤ ਅੱਤਵਾਦੀ ਨੇ, ਇਹਨਾਂ ਨੂੰ ਮਾਰ ਮੁਕਾਉਣਾ ਪਵੇਗਾ। ਇੰਦਰਾ ਨੇ ਪਲੈਨਿੰਗ ਕਰਕੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਹੈ। ਔਰ ਇਸ ਹਮਲੇ ਦਰਮਿਆਨ ਜਦੋਂ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਸਾਥੀ ਸ਼ਹੀਦ ਹੁੰਦੇ ਨੇ, ਇੰਦਰਾ ਗਾਂਧੀ ਨੂੰ ਭਾਰਤ ਵਰਸ਼ ਦੇ ਲੋਕਾਂ ਨੇ ਦੁਰਗਾ ਦੇਵੀ ਦਾ ਖਿਤਾਬ ਦਿੱਤਾ। ਵੇਖੋ ਕੈਸੇ ਲੋਕ ਨੇ ਇੱਥੋਂ ਦੇ। ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਨੂੰ ਢਾਉਣ ਵਾਲਿਆਂ ਨੂੰ ਵੀ ਦੇਵੀ ਦਾ ਖਿਤਾਬ ਮਿਲਦਾ ਇਸ ਦੇਸ਼ ਵਿੱਚ। ਖਿਤਾਬ ਤੇ ਮਿਲਣਾ ਚਾਹੀਦਾ ਸੀ ਰਾਖਸ਼ਿਸ਼ ਦਾ। ਖੈਰ ਇਹਨਾਂ ਖਿਤਾਬ ਦਿੱਤਾ। ਸਿੰਘਾਂ ਨੂੰ ਨਾ ਪਾਇਆ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਕੇਰ ਸਿੰਘ ਹੁਣਾ ਇੰਦਰਾ ਗਾਂਧੀ ਨੂੰ ਉਸ ਦੀ ਕਰਨੀ ਦੀ ਸਜ਼ਾ ਭੁਗਤਾਈ, ਦਿੱਲੀ ਵਿੱਚ ਮਾਰ ਮੁਕਾਇਆ। ਪਰ ਭਾਰਤ ਵਰਸ਼ ਦੇ ਲੋਕ ਇੰਦਰਾ ਦੀ ਕਰਨੀ ਤੇ ਇੰਨੇ ਖੁਸ਼ ਸਨ, ਉਸ ਦੇ ਲਖਤੇ ਜਿਗਰ ਰਾਜੀਵ ਗਾਂਧੀ ਨੂੰ 504 ਸੀਟਾਂ ਵਿੱਚੋਂ 404 ਸੀਟਾਂ ਦਿਵਾ ਕੇ ਜਿਤਾਇਆ ਗਿਆ।
ਪ੍ਰਧਾਨ ਮੰਤਰੀ ਬਣਾਇਆ ਗਿਆ। ਜੋ ਚਾਹੁੰਦੀ ਸੀ ਇੰਦਰਾ ਉਸੇ ਤਰ੍ਹਾਂ ਹੀ ਹੋਇਆ ਹੈ। ਖੈਰ, ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ, ਸਿੱਖ ਲੀਡਰਸ਼ਿਪ ਦਾ ਮਲੀਆ ਮੇਟ ਕਰਨ ਦੇ ਲਈ ਜੋ ਅਕਾਲ ਤਖਤ ਸਾਹਿਬ ਸਰਾਵਾਂ ਦੇ ਵਿੱਚ ਰਹਿੰਦੇ ਸਨ, ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪੈਂਦਾ ਹੈ। ਔਰ ਜਦੋਂ ਉੱਥੇ ਘੇਰਾ ਪਿਆ, ਤਕਰੀਬਨ ਗਿਣਤੀ ਮਿਣਤੀ 1.5 ਲੱਖ ਦੇ ਇਰਦ ਗਿਰਦ ਹੈ। ਜਿਹੜੇ ਕਹਿੰਦੇ ਨਾ ਸੰਤ ਅੱਤਵਾਦੀ ਸਨ, ਅੰਦਰ ਬੈਠੇ ਸਨ। ਮੈਂ ਪੁੱਛਦਾ ਹਾਂ, ਜਦੋਂ ਜਨਰਲ ਐਸ.ਕੇ. ਸਿਨਹਾ ਨੂੰ ਇੰਦਰਾ ਨੇ ਕਿਹਾ ਤੂੰ ਹਮਲਾ ਕਰਨਾ ਹੈ, ਇਹ 1982 ਵਿੱਚ ਹੀ ਪਲੈਨਿੰਗ ਹੋਣ ਲੱਗ ਪਈ ਸੀ। ਸੰਤ ਤੇ ਪੱਕੇ ਤੌਰ ਤੇ ਉੱਥੇ ਡੇਰਾ ਲੈ ਕੇ ਬੜਾ ਲੇਟ ਗਏ ਨੇ। ਉਹ ਸਿਨਹਾ ਕਹਿੰਦਾ ਵੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਉਹਨੇ ਇੰਦਰਾ ਦਾ ਹੁਕਮ ਮੰਨਣ ਦੀ ਬਜਾਏ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ। ਉੱਥੇ 1983 ਦੇ ਵਿੱਚ ਰਿਟਾਇਰ ਹੁੰਦਾ ਹੈ। ਹੋਰਾਂ ਨੂੰ ਆਗੂ ਲਾ ਕੇ ਇੰਦਰਾ ਨੇ ਹਮਲਾ ਕਰਨ ਦੀ ਵਿਉਂਤ ਘੜੀ ਹੈ। ਮੈਂ ਪੁੱਛਦਾ ਵੀ ਜੇ ਵਾਕਈ ਅੱਤਵਾਦੀਆਂ ਦਾ ਮਲੀਆ ਮੇਟ ਕਰਨਾ ਸੀ, ਸਿਨਹਾ ਵਰਗੇ ਜਰਨਲ ਕਿਉਂ ਅਸਤੀਫਾ ਦੇ ਰਹੇ ਨੇ ਜੇ ਇਹ ਕਰਮ ਠੀਕ ਸੀ? ਉਹਨੇ ਇੰਦਰਾ ਨੂੰ ਆਖਿਆ ਸੀ, ਕਹਿੰਦਾ ਬੀਬੀ ਤੇਰੀ ਈਗੋ ਹੈ, ਤੇਰੇ ਅੰਦਰ ਅਹੰਕਾਰ ਹੈ, ਸੰਤ ਤੇਰੇ ਅੱਗੇ ਨਿਵਿਆ ਨਹੀਂ, ਹਮਲਾ ਤੂੰ ਤਾਂ ਕਰ ਰਹੀ ਹੈ। ਅਗਰ ਸ਼ਾਂਤਮਈ ਤੌਰ ਤੇ ਇਹ ਤਰੀਕਾ ਅਪਣਾ ਲਵੇਂ, ਇਹ ਹੱਲ ਹੋ ਸਕਦਾ ਹੈ। ਕਹਿੰਦਾ ਕੱਟ ਆਫ ਇਲੈਕਟ੍ਰੀਸਿਟੀ, ਵਾਟਰ ਸਪਲਾਈ, ਬਿਜਲੀ ਕੱਟ ਦਿਓ, ਖਾਣਾ ਪੀਣਾ ਅੰਦਰ ਜਾਣਾ ਬੰਦ ਕਰ ਦਿਓ। ਸੰਤ ਐਂਡ ਹਿਜ਼ ਸਪੋਰਟਰਸ ਵਰ ਨਾਟ ਅਟੈਕਿੰਗ, ਕਹਿੰਦਾ ਉਹ ਹਮਲਾ ਨਹੀਂ ਕਰ ਰਹੇ ਸਾਡੇ ਤੇ, ਅਸੀਂ ਬਾਹਰੋਂ ਅੰਦਰ ਹਮਲਾ ਕਰਾਂਗੇ ਤੇ ਉਹ ਹਮਲਾ ਕਰਨਗੇ। ਜਿਹੜੇ ਡਿਫੈਂਸਿਵ ਮੋਡ ਤੇ ਨੇ, ਜਿਹੜੇ ਉਡੀਕ ਰਹੇ ਨੇ ਤੁਹਾਡੇ ਹਮਲੇ ਨੂੰ, ਗੱਲਬਾਤ ਹੋ ਸਕਦੀ ਹੈ। ਪਰ ਹੰਕਾਰੀ ਇੰਦਰਾ ਗਾਂਧੀ ਨੇ ਉਦੋਂ ਇੱਕ ਨਾ ਮੰਨੀ। ਸਿਨਹਾ ਨੇ ਇਹ ਕਹਿ ਦਿੱਤਾ ਸੀ, ਕਹਿੰਦਾ ਜਿਹੜੇ ਮੂਰਖ ਲੋਕ ਕਹਿੰਦੇ ਨੇ ਨਾ ਬਾਬਾ ਜਰਨੈਲ ਸਿੰਘ ਅਕਾਲ ਤਖਤ ਸਾਹਿਬ ਬੈਠੇ, ਹਰਿਮੰਦਰ ਸਾਹਿਬ ਬੈਠੇ ਤਾਂ ਹਮਲਾ ਹੋਇਆ ਹੈ। ਕਹਿੰਦਾ ਭੁਲੇਖੇ ਵਿੱਚੋਂ 1982 ਵਿੱਚ ਤਿਆਰੀ ਹੋ ਚੁੱਕੀ ਸੀ। ਭਾਰਤ ਵਰਸ਼ ਦੀਆਂ ਹਕੂਮਤਾਂ ਨੇ ਇਹ ਤਿਆਰੀ ਕਰ ਲਈ ਸੀ, ਚਾਹੇ BSF ਹੈ, ਆਰਮੀ ਹੈ, ਸਾਰੇ ਟ੍ਰੇਨਿੰਗ ਲੈ ਰਹੇ ਸਨ। ਔਰ ਟ੍ਰੇਨਿੰਗ ਕਿੱਥੇ ਦਿੱਤੀ ਜਾ ਰਹੀ ਹੈ? ਚਕਰਾਤਾ ਸਰਸਵਾ ਵਿਖੇ ਦਰਬਾਰ ਸਾਹਿਬ ਦਾ ਇੱਕ ਕੰਪਲੈਕਸ ਮਾਡਲ ਬਣਾਇਆ। 84 ਵਿੱਚ ਮੋਰਚਾ ਅਸਮਾਨ ਨੂੰ ਛੂੰਹਦਾ ਹੈ, ਧਰਮ ਯੁੱਧ। 82 ਵਿੱਚ ਤਿਆਰੀ ਹੋ ਰਹੀ ਹੈ। ਮਤਲਬ ਸਾਫ਼ ਹੈ, ਸਿੱਖ ਜਗਤ ਨੂੰ ਨੇਸਤ ਨਾਬੂਦ ਕਰਨ ਦੇ ਲਈ, ਨਸਲਕੁਸ਼ੀ ਕਰਨ ਦੇ ਲਈ ਇਹ ਹਮਲਾ ਕੀਤਾ ਗਿਆ। ਅਕਾਲ ਤਖਤ ਸਾਹਿਬ ਸਾਡਾ ਮੀਰੀ ਦਾ ਕੇਂਦਰ ਹੈ, ਹਰਿਮੰਦਰ ਸਾਹਿਬ ਪੀਰੀ ਦਾ ਕੇਂਦਰ ਹੈ। ਅਸੀਂ ਸ਼ਸਤਰ ਉੱਥੇ ਰੱਖ ਸਕਦੇ ਹਾਂ। ਸ਼ਸਤਰ ਸੰਤਾਂ ਕੋਲ ਉਹੀ ਨੇ ਜੋ ਸਰਕਾਰ ਨੇ ਲਾਇਸੈਂਸ ਬਣਾਏ ਨੇ। ਤੂੰ ਗੁਰ ਪ੍ਰਸਾਦ ਕਰ ਰਾਜਯੋਗ, ਸਾਨੂੰ ਤੇ ਹੁਕਮ ਹੈ ਗੁਰਾਂ ਵੱਲੋਂ। ਤੇ ਜੇ ਸੰਤਾਂ ਨੂੰ ਹੀ ਸ਼ਹੀਦ ਕਰਨਾ, ਮੰਨ ਲਓ ਅੱਤਵਾਦੀ ਨੇ, ਤੁਹਾਨੂੰ ਇਹ ਜੂਨ ਦਾ ਹਫ਼ਤਾ ਹੀ ਮਿਲਿਆ ਜਦੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲੱਖਾਂ ਸ਼ਰਧਾਲੂ ਹਰਿਮੰਦਰ ਸਾਹਿਬ ਆਉਂਦੇ ਨੇ। ਤੁਸੀਂ ਵਿਉਂਤ ਘੜ ਕੇ ਸਾਰਿਆਂ ਨੂੰ ਇਕੱਠੇ ਕਰਕੇ ਨਸਲਕੁਸ਼ੀ ਕੀਤੀ ਹੈ ਸਿੱਖਾਂ ਦੀ। ਜੇ ਸੰਤ ਇੱਕ ਕੰਪਲੈਕਸ ਵਿੱਚ ਨੇ, ਤੁਸੀਂ ਹਮਲਾ ਕਰਤਾ ਹਰਿਮੰਦਰ ਸਾਹਿਬ ਕੰਪਲੈਕਸ ਦੇ, ਬਾਕੀ 40 ਦੇ ਇਰਦ ਗਿਰਦ ਗੁਰਦੁਆਰਿਆਂ ਵਿੱਚ ਕਿਹੜਾ ਭਿੰਡਰਾਂ ਵਾਲਾ ਬੈਠਾ ਹੈ? ਹਰ ਜਗ੍ਹਾ ਸ਼ਰਧਾਵਾਨ ਸਿੱਖਾਂ ਨੂੰ ਖਤਮ ਕਰਨ ਲਈ ਇਹ ਹਮਲਾ ਕੀਤਾ ਗਿਆ 1 ਤੋਂ 6 ਜੂਨ ਦੇ ਦਰਮਿਆਨ। ਖੈਰ, ਬਰਾੜ ਦਮਗੱਜੇ ਬੜੇ ਮਾਰਦਾ ਸੀ ਵੀ ਅੱਧਾ ਘੰਟਾ, ਪੌਣਾ ਘੰਟਾ, 1.5-2 ਘੰਟਿਆਂ ਵਿੱਚ ਬਾਬੇ ਨੂੰ ਬੰਨ੍ਹ ਕੇ ਬਾਹਰ ਲੈ ਆਵਾਂਗਾ, ਭਿੰਡਰਾਂ ਵਾਲਾ ਆਤਮ ਸਮਰਪਣ ਕਰ ਦੇਵੇਗਾ। ਅੰਦਰ ਸੰਤ ਮੀਟਿੰਗ ਲੈ ਰਹੇ ਨੇ। 2 ਜੂਨ ਹੈ, ਮਹਾਪੁਰਸ਼ ਬੈਠੇ ਨੇ। ਕਹਿੰਦੇ ਦੇਖੋ ਸਿੰਘੋ, ਲੱਖਾਂ ਦੀ ਫੌਜ ਨੇ ਸਾਨੂੰ ਘੇਰਾ ਪਾ ਲਿਆ ਹੈ, ਆਪਾਂ 200-250 ਦੇ ਇਰਦ ਗਿਰਦ ਹਾਂ। ਉਹਨਾਂ ਦੇ ਕੋਲ ਆਧੁਨਿਕ ਹਥਿਆਰ ਨੇ, ਸਾਡੇ ਕੋਲ ਮਾਮੂਲੀ ਹਥਿਆਰ ਨੇ। ਉਹਨਾਂ ਨੂੰ ਆਸਰਾ ਇਹਨਾਂ ਲੋਕਾਂ ਦਾ ਹੈ ਜਿਹੜੇ ਪਿੱਠ ਤੇ ਖਲੋਤੇ ਨੇ ਸਿੱਖ ਜਗਤ ਨੂੰ ਖਤਮ ਕਰਨ ਦੇ ਲਈ। ਸਨਾਤਨ ਮਤ ਦਾ ਆਸਰਾ ਹੈ, ਹਿੰਦੂ ਮਤ ਦਾ ਆਸਰਾ ਹੈ, ਇੰਦਰਾ ਦਾ ਇਹਨਾਂ ਫੌਜਾਂ ਨੂੰ ਥਾਪੜਾ ਹੈ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਥਾਪੜਾ ਹੈ। ਸੰਤਾਂ ਦੇ ਬੋਲਾਂ ਨੇ ਡਰ ਖਤਮ ਕਰ ਦਿੱਤਾ ਸੀ ਸਿੱਖਾਂ ਦੇ ਅੰਦਰੋਂ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, 3 ਜਨ ਸਭ ਡਰ ਸੁੱਟ ਕਤੇ। ਰਾਮ ਜਿਨ੍ਹਾਂ ਅੰਦਰ ਸੱਚਾਈ ਹੈ ਉਹ ਡਰਦੇ ਨਹੀਂ। ਖੈਰ, ਮਹਾਂਪੁਰਸ਼ਾਂ ਨੇ ਐਲਾਨ ਕੀਤਾ ਹੈ ਜੰਗ ਦਾ, ਕਿਉਂਕਿ ਬਾਹਰੋਂ ਹਮਲਾ 1 ਜੂਨ ਨੂੰ ਹੀ ਹੋ ਚੁੱਕਾ ਸੀ। 2-3 ਜੂਨ 4-5 ਜੂਨ ਨੂੰ ਇਹ ਜੰਗ ਚੱਲਦਾ ਰਿਹਾ। ਔਰ ਮਹਾਂਪੁਰਸ਼ ਹੀ ਬਚਨ ਕਰਦੇ ਸਨ, ਸਿਰ ਦੇਣ ਤੋਂ ਬਿਨਾਂ ਹੁਣ ਧਰਮ ਨਹੀਂ ਰਵੇਗਾ। ਸਤਿਗੁਰ ਮੇਰਾ ਤਾਣ ਨਤਾਣ, ਗੁਰੂ ਦੇ ਤਾਣ ਦੇ ਆਸਰੇ ਲੜ ਗਏ। ਇਹ ਪਰਸ਼ੀਅਨ ਦਾ ਬੋਲ ਕਹਿ ਕੇ ਫਤਿਹ ਵੱਲ ਵਧਾ। ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਯਰ ਵਾ ਮਾਰਾ ਨਿਗਾਹ ਅਸਤ ਯਸਦਾ ਸ਼ੁਕਰ। ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਆਖਿਆ ਸੀ, ਔਰੰਗਜ਼ੇਬ
ਤੈਨੂੰ ਮਾਣ ਹੈ ਫੌਜਾਂ ਤੇ, ਤੈਨੂੰ ਮਾਣ ਹੈ ਧਨ ਦੌਲਤ ਤੇ, ਮੇਰਾ ਮਾਣ ਖੁਦਾਇਆ ਹੈ ਉਹਦੇ ਸ਼ੁਕਰ ਵਿੱਚ ਰਹਿੰਦਾ ਹਾਂ, ਕਿਉਂਕਿ ਲੱਖਾਂ ਵੀ ਚੜ੍ਹ ਕੇ ਆ ਜਾਣ ਉਹ ਵਾਲ ਨਹੀਂ ਵਿੰਗਾ ਹੋਣ ਦਿੰਦਾ। ਬਾਬਾ ਜਰਨੈਲ ਸਿੰਘ ਨੂੰ ਵੀ ਉਸੇ ਖੁਦਾਇਆ ਦਾ ਕਲਗੀਧਰ ਦਾ ਆਸਰਾ ਸੀ, ਜਿਹੜੇ ਕਹਿੰਦੇ ਸੀ ਚੁਟਕੀਆਂ ਵਿੱਚ ਬੰਨ੍ਹ ਕੇ ਬਾਬਾ ਜਰਨੈਲ ਸਿੰਘ ਨੂੰ ਲੈ ਜਾਵਾਂਗੇ। ਹਥਿਆਰਾਂ ਤੇ ਫੌਜਾਂ ਤੇ ਬਰਾੜ ਨੂੰ ਬੜਾ ਮਾਣ ਸੀ, ਫੰਨੇ ਖਾ ਬਣਿਆ ਬੈਠਾ ਸੀ। 1 ਜੂਨ ਨੂੰ ਜਿਹਦੇ ਬੋਲ ਅਸਮਾਨ ਛੂੰਹਦੇ ਸਨ, 3 ਜੂਨ ਨੂੰ ਜਦੋਂ ਸੰਤਾਂ ਦੀਆਂ ਰਫਲਾਂ ਦੇ ਮੂੰਹ ਖੁੱਲ੍ਹੇ ਨੇ, ਇਹਦੀਆਂ ਫੌਜਾਂ ਨੇ ਪੈਰ ਪਿੱਛੇ ਰੱਖ ਲਿਆ। ਬਰਾੜ ਜਿਹੜਾ ਸੀ ਉਹ ਐਸਾ ਕਾਇਰ ਨਿਕਲਿਆ, ਜਦੋਂ ਸਨਮੁਖ ਜੰਗ ਨਾ ਕਰਨ ਦੇ ਕਾਬਲ ਰਿਹਾ, ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਨੂੰ ਢਾਇਆ ਗਿਆ। ਬਾਬਾ ਜਰਨੈਲ ਸਿੰਘ 6 ਜੂਨ ਨੂੰ ਸ਼ਹਾਦਤ ਦੀ ਅਵਧੀ ਮਾਣ ਗਏ। ਇਹ ਐਸੇ ਸੂਰਬੀਰ ਸਨ, ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ। ਭਾਵੈ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਦੀ ਕੀਰਤੀ ਤਿੰਨਾਂ ਲੋਕਾਂ ਤੱਕ ਹੈ, ਕੋਈ ਮਿਟਾ ਨਹੀਂ ਸਕਦਾ। ਐਸੇ ਮਹਾਂਪੁਰਸ਼ ਨੰਦ ਲਾਲ ਜੀ ਕਹਿੰਦੇ ਨੇ, ਜ਼ਿੰਦਾ ਰਹਿੰਦੇ ਨੇ ਹਮੇਸ਼ਾ, ਜ਼ਿੰਦਾ ਬਵਦ ਬੰਦਾ ਏ ਖੁਦਾ ਗੋਇਆ, ਕਿ ਗੈਰ ਬੰਦਗੀਸ਼ ਨੇਸ ਦਰ ਜਹਾਂ ਅਸਾਰ। ਦੁਨੀਆ ਮਰਦੀ ਹੈ, ਸੰਤ ਤੇ ਸ਼ਹੀਦ ਨਹੀਂ ਮਰਦੇ। ਬਾਬਾ ਜਰਨੈਲ ਸਿੰਘ ਅਮਰ ਰਹੇਗਾ। ਦੁਨੀਆ ਵਿੱਚ ਉਹਦੀ ਤਸਵੀਰ ਵਿਖਦੀ ਹੈ, ਉਹਦੀ ਤਸਵੀਰ ਤੋਂ ਵੀ ਸਰਕਾਰਾਂ ਕੰਬਦੀਆਂ ਨੇ, ਉਹਦਾ ਨਾਮ ਲਿਆ ਲੂੰ ਕੰਡੇ ਖੜੇ ਹੋ ਜਾਂਦੇ ਨੇ। ਐਸਾ ਬੰਦਗੀ ਦਾ ਉਹ ਮਹਾਂਪੁਰਸ਼ ਮੁਜਸਮਾ ਸੀ। ਕੁਛ ਅਸੂਲੋਂ ਕਾ ਨਸ਼ਾ ਥਾ, कुछ मुकद्दस ख्वाब थे, हर ज़माने में शहादत के यही असबाब थे। असूलों की खातर महापुरुष शहीद होए, उन्हां दी जय जयकार रहेगी। जिथे उन्हां इतिहास सिरजिया है, संत ਗਿਆਨੀ हरनाम सिंह जी खालसा पिंडरां वालियां ने सिर ला के वो इतिहास नूं सांभिया है। शहीदी यादगार 84 ਦੇ ਸ਼ਹੀਦਾਂ ਦੀ ਹਰਮੰਦਰ ਸਾਹਿਬ ਬਣਾਈ ਹੈ, ਜਿਨ੍ਹਾਂ ਨੂੰ ਕਦੇ ਲੋਕ ਅੱਤਵਾਦੀ ਕਹਿੰਦੇ ਸੀ, ਅੱਜ ਉਸ ਯਾਦਗਾਰ ਤੇ ਨਤਮਸਤਕ ਹੋਣਾ ਪੈਂਦਾ ਹੈ। ਮਹਾਨ ਸੇਵਾਵਾਂ ਟਕਸਾਲ ਦਮਦਮੀ ਨਿਭਾ ਰਹੀ ਹੈ, ਚਾਹੇ ਦੁਨਿਆਵੀ ਵਿੱਦਿਆ ਦੇ ਕਾਲਜ ਨੇ, ਚਾਹੇ ਧਾਰਮਿਕ ਵਿੱਦਿਆ ਦੇ ਕੇਂਦਰ ਗੁਰੂ ਘਰ ਨੇ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਦਮਦਮੀ ਟਕਸਾਲ ਪੰਥ ਦੀ ਰੀੜ੍ਹ ਦੀ ਹੱਡੀ ਹੈ। ਆਪ ਸੰਗਤ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਹਾਂਪੁਰਸ਼ ਸੇਵਾਵਾਂ ਨਿਭਾ ਰਹੇ ਨੇ। ਸਾਰੇ ਇਸ ਮਹਾਨ ਸੰਪਰਦਾਇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਸਿੱਖ ਜਗਤ ਦੇ ਹੱਕਾਂ ਦੀ ਰਾਖੀ ਲਈ ਜੂਝਦੇ ਰਹੇ ਨੇ ਤੇ ਜੂਝਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।